ਬਲਦੇਵ ਸਿੰਘ ਦਾ ਨਾਵਲ ਕਲਰੀ ਧਰਤੀ ਦਾ 10ਵਾਂ ਅੰਗ। ਦਿਨ ਚੜ੍ਹੇ ਸਵੇਰੇ ਹੀ ਸੀਬੋ, ਪ੍ਰੀਤੋ, ਮਹਿੰਦਰ ਕੌਰ ਤੇ ਹੋਰ ਮਿਲਣਾ ਬਾਹਰੋਂ ਨਿਆਈਆਂ ਦੇ ਟੋਇਆਂ ਵੱਲੋਂ ਮੁੜ ਰਹੀਆਂ ਸਨ। ਪਿੰਡ ਵੱਲੋਂ ਹਲ ਮੋਢੇ 'ਤੇ ਰੱਖੀ ਆਉਂਦੇ ਇੱਕ ਮੁੰਡੇ ਨੇ ਮਹਿੰਦਰ ਕੌਰ ਨੂੰ ਸੁਣਾ ਕੇ ਬੋਲੀ ਮਾਰੀ, ਭਾਬੀ ਖਟਲਾ ਪੁੰਨ ਕਿਤੇ। ਸੀਬੋ 'ਤੇ ਉਹੀ ਰਾਤ ਵਾਲੀ ਹਰੀ ਚੁੰਨੀ ਸੀ। ਮਹਿੰਦਰ ਕੌਰ ਕੁਝ ਕਹਿਣਾ ਚਾਹੁੰਦੀ ਸੀ ਜਾਂ ਨਹੀਂ, ਸੁਣਨ ਦੀ ਉਡੀਕ ਕੀਤੇ ਬਿਨਾਂ ਹੀ ਹਲ ਵਾਲਾ ਅੱਗੇ ਲੰਘ ਗਿਆ। ਕਿਹੜਾ ਸੀ ਨੀ ਮਝੇਰੂ ਜਾ? ਸਾਰੀਆਂ ਮੇਲਣਾਂ ਦੀ ਹੈਰਾਨੀ ਪ੍ਰੀਤੋ ਦੇ ਝਕੂਲੀ ਵਾਲੇ ਕਾਂਟਿਆਂ ਨਾਲ ਝਟਕਾ ਖਾ ਕੇ ਝੂਲਣ ਲੱਗ ਪਈ। ਇਹ ਬੇਰੜਾ ਸਾਡੇ ਘਰਾਂ 'ਚੋਂ ਹੀ ਹੈ, ਦਿਓਰਾਂ ਦੀ ਥਾਂ ਲੱਗਦਾ। ਮਹਿੰਦਰ ਕੌਰ ਉਂਝ ਮੇਲਣਾ ਸਾਹਮਣੇ ਕੱਚੀ ਜੀ ਹੋ ਗਈ। ਫਿਰ ਬੋਲੀ, ਇਹੀ ਤਾਂ ਟੁੱਟ ਪੈਣਾ ਰਾਤ ਬੋਲੀ ਤੇ ਬੋਲੀ ਪਾਉਂਦਾ ਸੀ। ਤੁਰੀ ਆਉਂਦੀ ਸੀਬੋ ਨੇ ਇੱਕ ਵਾਰ ਪਿਛਾਂਹ ਮੁੜ ਕੇ ਵੇਖਿਆ। ਇਹ ਉਸ ਕੋਲੋਂ ਆਪ ਮੁਹਾਰੇ ਅਚੇਤ ਮਨ ਨਾਲ ਹੋ ਗਿਆ। ਉਹ ਢਾਬ ਦੇ ਪਰਲੇ ਪਾਸੇ ਦੀ ਹੋ ਕੇ ਤਰਖਾਣਾ ਦੇ ਘਰ ਵੱਲ ਜਾ ਰਿਹਾ ਸੀ। ਅੰਦਰਲੇ ਰਾਹ ਤਰਖਾਣਾ ਦਾ ਘਰ ਨੇੜੇ ਸੀ, ਪਰ ਉਹਨੇ ਆਉਂਦੀਆਂ ਮੇਲਣਾ ਵੇਖ ਲਈਆਂ ਸੀ ਤੇ ਉਹ ਕੋਲੋਂ ਦੀ ਲੰਘਣ ਦਾ ਸਾਰਾ ਲੰਮਾ ਵੱਲ ਭੰਨ ਗਿਆ ਸੀ। ਤੂੰ ਤਾਂ ਥਾਂ ਹੀ ਖੜ੍ਹ ਗਈ। ਮਾਸੀ ਦੀ ਗੱਲ ਤੇ ਸੀਬੋ ਨੂੰ ਸ਼ਰਮ ਆ ਗਈ। ਉਹ ਬੱਕ ਕੇ ਮਾਸੀ ਸੰਗ ਜਾ ਰਲੀ। ਪਤਾ ਨਹੀਂ ਕਿਉਂ ਮਝੇਰੂ ਜਾ ਉਹਦਾ ਦਿਲ ਧੜਕਾ ਗਿਆ। ਪਹਿਲਾਂ ਤਾਂ ਕਦੇ ਵੀ ਅਜਿਹਾ ਨਹੀਂ ਸੀ ਹੋਇਆ। ਉਹਦਾ ਜੀਅ ਕੀਤਾ ਇੱਕ ਵਾਰੀ ਫੇਰ ਮੁੜ ਕੇ ਉਹਨੂੰ ਵੇਖੇ, ਪਰ ਨਾਲ ਜਾਣ ਵਾਲੀਆਂ ਹੋਣ ਕਰਕੇ ਅਜਿਹਾ ਕਰ ਨਾ ਸਕੀ। ਨਹੀਂ ਪ੍ਰੀਤੋ ਭਾਵੇਂ ਭਾਬੀ ਦੀ ਥਾਂ ਲੱਗਦੀ ਸੀ, ਪਰ ਉਮਰ 'ਚ ਛੋਟੀ ਹੋਣ ਕਰਕੇ ਮਹਿੰਦਰ ਕੌਰ ਉਹਦਾ ਨਾਂ ਹੀ ਲੈ ਲੈਂਦੀ। ਆਵਾਜ਼ ਸੁਣ ਕੇ ਪ੍ਰੀਤੋ ਖੜ ਗਈ। ਸੀਬੋ ਵੀ ਕੋਲ ਨੂੰ ਹੋ ਗਈ। ਤੂੰ ਚੱਲ। ਮਹਿੰਦਰ ਕੌਰ ਨੂੰ ਜਿਵੇਂ ਕੋਈ ਨਵਾਂ ਹੀ ਵਿਚਾਰ ਫੁਰਿਆ ਸੀ। ਉਹ ਇਕੱਲੀ ਪ੍ਰੀਤੋ ਨਾਲ ਗੱਲ ਕਰਨੀ ਚਾਹੁੰਦੀ ਸੀ। ਸੀਬੋ ਹੌਲੀ ਹੌਲੀ ਦੂਜੀਆਂ ਨਾਲ ਜਾ ਰਲੀ। ਮੁੰਡਾ ਦੇਖਿਆ ਸੀ? ਮਹਿੰਦਰ ਕੌਰ ਨੇ ਹੌਲੀ ਜਿਹੀ ਪੁੱਛਿਆ। ਕਿਹੜਾ ਮੁੰਡਾ? ਪ੍ਰੀਤੋ ਫਿਰ ਆਪਣੇ ਕਾਂਟਿਆਂ ਨੂੰ ਝਟਕਾ ਦੇ ਗਈ। ਨਹੀਂ ਆਹੀ ਜਿਹੜਾ ਲੰਘਿਆ ਸੀ, ਬਸੰਤ ਪੁੰਨ ਖਟਲਾ ਵਾਲਾ। ਆਹੋ, ਕਿਉਂ? ਪ੍ਰੀਤੋ ਨੇ ਹੈਰਾਨੀ ਨਾਲ ਪੁੱਛਿਆ। ਸੀਬੋ ਵਾਸਤੇ ਠੀਕ ਨਹੀਂ? ਸੁਣ ਕੇ ਗੰਭੀਰ ਹੋ ਗਈ ਪ੍ਰੀਤੋ। ਕਿੰਨਾ ਚਿਰ ਚੁੱਪ ਤੁਰੀ ਗਈ, ਫਿਰ ਬੋਲੀ, ਦੇਖਣੀ ਪਾਖਣੀ ਤਾਂ ਚੰਗੀ ਹੈ, ਕੰਮ ਨੂੰ ਵੀ ਸਿਉਣਾ। ਮੈਂ ਤਾਂ ਕਹਿੰਦੀ ਹਾਂ ਕੁੜੀ ਮੌਜਾਂ ਕਰੂ। ਮਹਾਂਕੁਰ ਮੰਨ ਜੂ? ਪ੍ਰੀਤੋ ਦੇ ਮਨ ਅੰਦਰ ਸ਼ੰਕਾ ਜਾਗੀ। ਉਹ ਤੂੰ ਗੱਲ ਕਰੀ। ਥੋੜ੍ਹਾ ਚੁੱਪ ਰਹਿ ਕੇ ਬੋਲੀ, ਭਾਵੇਂ 100 ਘਰ ਦੇਖ ਲਵੇ, ਇਹੋ ਜਿਹਾ ਮੁੰਡਾ ਤਾਂ ਮਿਲਣਾ ਨਹੀਂ। ਮੁੰਡੇ ਵਾਲਿਆਂ ਨੂੰ ਵੀ ਤਾਂ ਪੁੱਛਣਾ ਪਊ। ਪ੍ਰੀਤੋ ਅੰਦਰ ਦੂਜਾ ਸ਼ੰਕਾ ਸਿਰ ਚੁੱਕ ਖੜੋਤਾ। ਉਹ ਤੂੰ ਮੇਰੇ 'ਤੇ ਛੱਡ। ਤੂੰ ਭੈਣ ਨਾਲ ਗੱਲ ਕਰ ਲਾ, ਨਾਲੇ ਸੀਬੋ ਦੀ ਉਮਰ ਵੀ ਤਾਂ ਦਿਨੋਂ ਦਿਨ ਚੜ੍ਹਦੀ ਜਾਂਦੀ ਆ। ਮਾਸੀ ਆ ਜਾਓ ਹੁਣ। ਸੀਬੋ ਦਾ ਜਿਵੇਂ ਦੂਜੀਆਂ ਮੇਲਣਾਂ 'ਚ ਚਿੱਤ ਨਹੀਂ ਸੀ ਲੱਗਦਾ। ਉਹਦੇ ਬੋਲਣ 'ਚ ਖਿਝ ਸੀ। ਉਹ ਖੜੋ ਗਈ। ਮੂਹਰੇ ਜਾਂਦੀਆਂ ਮੇਲਣਾਂ ਨੇ ਕੋਈ ਗੀਤ ਛੋ ਲਿਆ ਤੇ ਉਹ ਸਾਰੀਆਂ ਘਰ ਆ ਗਈਆਂ। ਚਾਹ ਆਦਿ ਪੀ ਕੇ ਤੇ ਕੁਝ ਖਾ ਕੇ ਘਰ ਦੇ ਕੰਮਾਂ ਦੀ ਜ਼ਿੰਮੇਵਾਰੀ ਤੋਂ ਵਿਹਲੀਆਂ ਮੇਲਣਾਂ ਨਹਾਉਣ ਤੇ ਹਾਰ ਸ਼ਿੰਗਾਰ 'ਚ ਰੁੱਝ ਗਈਆਂ। ਪ੍ਰੀਤੋ ਸੀਬੋ ਨੂੰ ਬਾਂਸ ਦੀ ਪੌੜੀ ਚੜ੍ਹਾ ਕੇ ਕੋਠੇ 'ਤੇ ਲੈ ਗਈ। 4 ਚੁਫੇਰੇ ਪਿੰਡ ਦੇ ਘਰਾਂ ਵੱਲ ਨਿਗਾਹ ਮਾਰਦਿਆਂ ਪ੍ਰੀਤੋ ਨੇ ਗੁੱਝੀ ਜੀ ਗੱਲ ਕੀਤੀ। ਅੜਿਆ ਪਿੰਡ ਤਾਂ ਸੋਹਣਾ। ਸੋਹਣਾ ਸੁਆ, ਮੂੰਹ ਨਾ ਮੱਥਾ। ਵੀਰਵੇ ਪਿੰਡ ਤਾਂ ਆਪਣਾ ਹੈ। ਸੀਬੋ ਨੇ ਪਹਿਲਾਂ ਨੱਕ ਚੜ੍ਹਾ ਕੇ ਤੇ ਮਗਰੋਂ ਸੋਹਣਾ ਜਿਹਾ ਮੂੰਹ ਬਣਾ ਕੇ ਆਖਿਆ। ਫਿਰ ਆਹ ਮੂੰਹ ਨਹੀਂ ਰਹਿਣਾ ਕੁੜੀਏ। ਪ੍ਰੀਤੋ ਦੇ ਬੋਲਾਂ 'ਚ ਵੰਗਾਰ ਸੀ। ਕਿਉਂ, ਫੇਰ ਨੂੰ ਕੀ ਆ? ਸੀਬੋ ਨੇ ਭੋਲੇ ਭਾਅ ਪੁੱਛਿਆ। ਤੇਰੀ ਮਾਸੀ ਤਾਂ ਕਹਿੰਦੀ ਆ ਬੀਬੀ ਰਾਣੀ ਨੂੰ ਇੱਥੇ ਹੀ ਰੱਖ ਲੈਣਾ। ਪ੍ਰੀਤੋ ਅਜੇ ਵੀ ਗੱਲ ਲੁਕੋ ਗਈ। ਮਾਸੀ ਕੋਲੇ ਕਿਤੇ ਮੈਂ ਕਿੱਲੇ ਗੱਡਣੇ ਆ, 4 ਦਿਨ ਲਾ ਕੇ ਉੱਠ ਜੂ। ਜਾ ਨਹੀਂ ਸੁਣੀਏ। ਪ੍ਰੀਤੋ ਨੇ ਧੱਫਾ ਮਾਰ ਕੇ ਖਿੱਚ ਕੇ ਆਖਿਆ ਤਾਂ ਸੀਬੋ ਹੈਰਾਨ ਹੋ ਕੇ ਉਸ ਵੱਲ ਤੱਕਣ ਲੱਗ ਪਈ। ਬਸੰਤ ਚੰਗਾ? ਪ੍ਰੀਤੋ ਹੁਣ ਸਿੱਧੀ ਹੋ ਤੁਰੀ। ਕਿਹੜਾ ਬਸੰਤ? ਸੀਬੋ ਨੂੰ ਅਜਿਹੀ ਪੁੱਛ ਤੇ ਅਸਚਰਜਤਾ ਹੋਈ। ਉਹੀ ਪੁੰਨ ਖਟਲਾ ਵਾਲਾ। ਪ੍ਰੀਤੋ ਨੇ ਸਵੇਰ ਵਾਲੀ ਘਟਨਾ ਚੇਤੇ ਕਰਾਈ ਤਾਂ ਸੀਬੋ ਤਰਬਕ ਕੇ ਸੰਗ ਗਈ। ਕਿਉਂ? ਉਵੇਂ ਸ਼ਰਮਾਈ ਹੈਰਾਨੀ ਨਾਲ ਬੋਲੀ। ਐਵੇਂ ਪੁੱਛਿਆ ਸੀ, ਤੈਨੂੰ ਕਿਹੋ ਜਿਹਾ ਲੱਗਦਾ? ਪ੍ਰੀਤੋ ਦੇ ਮੂੰਹ 'ਤੇ ਸ਼ਰਾਰਤ ਸੀ। ਮੈਂ ਉਹਨੂੰ ਵੱਢਣਾ? ਸੀਬੋ ਨੇ ਖਿਝ ਕੇ ਆਖਿਆ। ਨਾ ਨਹੀਂ ਚੰਦਰੀਏ, ਉਹ ਨਾ ਆਖ। ਮਹਿੰਦਰ ਕੌਰ ਆਂਦੀ ਸੀ ਜੇ ਸੀਬੋ ਰਾਜੀ ਹੈ ਤਾਂ ਗੱਲ ਕਰੂੰ। ਪ੍ਰੀਤੋ ਸੀਬੋ ਦੇ ਮੂੰਹ ਨੂੰ ਗੌਰ ਨਾਲ ਦੇਖਣ ਲੱਗ ਪਈ। ਚਿਹਰੇ 'ਤੇ ਸੁਰਖ ਸੰਗ ਹੋਰ ਗੂੜੀ ਹੋ ਗਈ। ਅੱਖਾਂ ਝੁਕ ਗਈਆਂ, ਪੱਕੀ ਰਫਲ ਅਰਗੀ। ਬੋਲ ਫਿਰ ਕੰਨਾਂ 'ਚ ਰਸ ਘੋਲ ਗਏ। ਤੇ ਭਾਬੀ ਖਟਲਾ ਪੁੰਨ ਕੇ ਤੇ ਸਵੇਰੇ ਮਾਰਿਆ ਮਿਹਣਾ ਚੇਤੇ ਆ ਗਿਆ। ਹਲ ਲਈ ਜਾਂਦਾ ਬਸੰਤ ਅੱਖਾਂ ਮੂਹਰੇ ਆ ਖੜਾ ਹੋਇਆ। ਮਨ ਦੇ ਕਿਸੇ ਕੋਨੇ 'ਚ ਮੱਧਮ ਜੀ ਲੋ ਬਲ ਪਈ। ਬੋਲਦੀ ਨਹੀਂ। ਪ੍ਰੀਤੋ ਨੇ ਗੁੰਮਸੁੰਮ ਬੈਠੀ ਨੂੰ ਹਲੂਣਿਆ। ਬੇਬੇ ਨੂੰ ਪੁੱਛ ਲਈ ਖਾ ਮਾਮੀ। ਸੀਬੋ ਢੰਗ ਨਾਲ ਆਪਣੀ ਹਾਂ ਕਰ ਗਈ। ਉਸ ਅੰਦਰ ਜਿਵੇਂ ਤਾਰੇ ਮੀਰੇ ਦੇ ਫੁੱਲ ਖਿੜ ਗਏ। ਉੱਠ ਕੇ ਪਿੰਡ ਦੇ ਚੁਫੇਰੇ ਨਿਗਾਹ ਮਾਰੀ। ਕੱਚੇ ਘਰ ਹਵੇਲੀਆਂ ਵਾਂਗ ਉਸਰੇ ਲੱਗੇ।
ਉਹ ਮਾਮੀ ਨੂੰ ਛੱਤ 'ਤੇ ਹੀ ਛੱਡ ਕੇ ਥੱਲੇ ਉਤਰ ਆਈ। ਅੰਦਰ ਜੰਮਿਆ ਨਿਗੂਣਤਾ ਦਾ ਅਹਿਸਾਸ ਖੁਰਨ ਲੱਗ ਪਿਆ। ਰੂਹ ਨੇ ਜਿਵੇਂ ਰੂਹ ਨੂੰ ਪਛਾਣ ਲਿਆ। ਹੁਣ ਜਦੋਂ ਉਹਨੇ ਸ਼ੀਸ਼ੇ ਵਿੱਚੋਂ ਦੀ ਆਪਣਾ ਚਿਹਰਾ ਵੇਖਿਆ, ਹੈਰਾਨ ਰਹਿ ਗਈ। ਸੋਚਿਆ ਉਹੀ ਸੀਬੋ ਹੈ ਜਿਹਨੂੰ ਹਰ ਕੋਈ ਨਾਪਸੰਦ ਕਰਦਾ ਰਿਹਾ। ਕੋਈ ਅਨਪੜ੍ਹ ਆਖਦਾ, ਕੋਈ ਕਸੋਹਣੀ ਕਹਿੰਦਾ, ਕਈ ਬਦਚਲਣ ਵੀ ਆਖਦੇ ਹੋਣਗੇ। ਘਰ ਦੀ ਗਰੀਬੀ ਨੇ ਉਸ ਵਿੱਚ 100 ਕੋਝ ਬਣਾਤੇ ਸੀ। ਉਹਦੀ ਮਾਂ ਦੇ ਕੀਤੇ ਉਪਰਾਲੇ ਹਨੇਰੇ 'ਚ ਹੱਥ ਪੈਰ ਮਾਰਨ ਤੋਂ ਵੱਧ ਕੁਛ ਨਾ ਲੱਗੇ। ਸਹੀ ਜਗ੍ਹਾ ਜਿਵੇਂ ਮਾਂ ਆਈ ਨਾ ਹੋਵੇ, ਕਿਸੇ ਨੇ ਦਾਸੀ ਨਾ ਪਾਈ ਹੋਵੇ। ਉਹਨੂੰ ਲੱਗਿਆ ਅਚਾਨਕ ਜਿਵੇਂ ਰੱਬ ਨੇ ਵਿਆਹ ਦੇ ਬਹਾਨੇ ਉਹਨਾਂ ਨੂੰ ਮਿਲਾਉਣਾ ਹੋਵੇ। ਬਸੰਤ ਦੇ ਚਿਹਰੇ 'ਚ ਉਹਨੂੰ ਆਪਣਾ ਚਿਹਰਾ ਰਲਗੱਡ ਹੁੰਦਾ ਲੱਗਿਆ। ਮਾਣ ਮੱਤੀ ਹੋਈ ਸ਼ੀਸ਼ੇ 'ਚ ਆਪਣਾ ਆਪ ਤੱਕਦੀ ਅੰਦਰੋਂ ਬਾਹਰੋਂ ਟਹਿਕ ਪਈ ਤੇ ਅੰਗੜਾਈ ਲੈ ਗਈ। ਬੇਬੇ, ਮਾਸੀ ਤੇ ਹੋਰ ਮੇਲਣਾ ਉਸ 'ਚ ਆਈ ਤਬਦੀਲੀ ਦਾ ਕਾਰਨ ਨਾ ਸਮਝ ਸਕੀ। ਸ਼ਾਇਦ ਸੋਚਦੀਆਂ ਹੁਣ ਵਿਆਹ ਦੇ ਮਾਹੌਲ 'ਚੋਂ ਖਿੜੀ ਫਿਰਦੀ ਹੈ। ਪਰ ਉਹ ਨਹੀਂ ਸੀ ਜਾਣ ਸਕੀਆਂ ਕਿ ਸੀਬੋ ਨੇ ਬਸੰਤ ਦੀਆਂ ਅੱਖਾਂ 'ਚੋਂ ਸਾਂਝੀਆਂ ਉਮਰਾਂ ਕਰਨ ਦੇ ਸੁਪਨੇ ਲੱਭ ਲਏ ਹਨ। ਖੁਸ਼ੀਆਂ ਤੇ ਚਾਵਾਂ ਦੇ ਮਾਹੌਲ 'ਚ ਦੁਪਹਿਰ ਢਲ ਗਈ। ਸੂਰਜ ਅਜੇ ਛਿਪਿਆ ਨਹੀਂ ਸੀ ਜਦੋਂ ਮੋਟਰ ਦੀ ਗੂੰਜ ਸਭ ਨੇ ਸੁਣੀ। ਕੁਛ ਦੇਰ ਬਾਅਦ ਧੂੜ ਨਾਲ ਭਰੀ ਸਟੇਸ਼ਨ ਵੈਗਨ ਦਰਾਂ ਮੂਹਰੇ ਆ ਰੁਕੀ। ਜਾਨੀ ਉਤਰ ਕੇ ਮੂੰਹ ਸਿਰ ਝਾੜਨ ਲੱਗੇ। ਮੋਟਰ 'ਚ ਜਾਨੀਆਂ ਤੇ ਨਵੀਂ ਬਹੂ ਵਿਚਕਾਰ ਖੇਸ ਤਾਣ ਕੇ ਪਰਦਾ ਕੀਤਾ ਹੋਇਆ ਸੀ। ਪਲਾਂ 'ਚ ਕੁੜੀਆਂ ਤੇ ਮੇਲਣਾਂ ਦੇ ਝੁੰਡ ਨੇ ਮੋਟਰ ਘੇਰ ਲਈ। ਵਧਾਈਆਂ ਕਿਸ਼ਨ ਸਿਆਂ। ਦੇਖਣ ਆਏ ਖੜ੍ਹੇ ਲੋਕਾਂ 'ਚੋਂ ਕਿਸੇ ਨੇ ਜਰਨੈਲ ਦੇ ਪਿਓ ਨੂੰ ਵਧਾਈਆਂ ਦਿੱਤੀਆਂ। ਵਾਹਿਗੁਰੂ ਸਭ ਨੂੰ ਵਧਾਏ ਆਖ ਕੇ ਕਿਸ਼ਨ ਸਿਉਂ ਸਾਫੇ ਨਾਲ ਜੁੱਤੀ ਝਾੜਨ ਲੱਗ ਪਿਆ। ਹੋਰ ਤਾਂ ਕਾਰਜ ਸੁੱਖ ਸਾਂਦ ਨਾਲ ਹੋ ਗਿਆ। ਮਿਹਰ ਹੀ ਰਹੀ ਦਾਤੇ ਦੀ, ਕਿਸ਼ਨ ਸਿੰਘ ਹੱਸਦਾ ਬੋਲਿਆ। ਇਵੇਂ ਕਦੇ ਮਹਿੰਦਰ ਕੌਰ ਨੂੰ ਤੇ ਕਦੇ ਕਿਸ਼ਨ ਸਿੰਘ ਨੂੰ ਵਧਾਈਆਂ ਦੀ ਵਾਛੜ ਹੋਣ ਲੱਗੀ। ਫਿਰ ਨਵੀਂ ਬਹੂ ਦੇ ਚਾਅ 'ਚ ਬਹੂ ਉਤਾਰਦਿਆਂ, ਪਾਣੀ ਵਾਰਦਿਆਂ, ਆਂਢਣਾਂ ਗੁਆਂਢਣਾਂ ਦੇ ਫੇਰਿਆਂ ਤੇ ਪਰੋਸਿਆਂ 'ਚ ਉਲਝ ਕੇ ਮਹਿੰਦਰ ਕੌਰ ਦਾ ਜਾਣੋ ਦਿਮਾਗ ਕੰਮ ਕਰਨੋਂ ਹਟ ਗਿਆ। ਸ਼ਗਨ ਪਾਉਣ ਵਾਲੀਆਂ ਨਾਲੋਂ ਮੂੰਹ ਦੇਖਣ ਵਾਲੀਆਂ ਦੀ ਭੀੜ ਵਧੇਰੇ ਜੁੜ ਗਈ। ਦੂਸਰੇ ਦਿਨ ਕਾਹਲਾ ਮੇਲ ਤੋਰਦਿਆਂ, ਭਾਜੀ ਵੰਡਦਿਆਂ, ਨਿਉਂਦੇ ਦੇ ਲੈਣੇ ਦੇਣੇ ਦਾ ਲੇਖਾ ਜੋਖਾ ਕਰਦਿਆਂ, ਦਾਜ ਦੇ ਵਿਖਾਲੇ ਕਰਦਿਆਂ ਮਹਿੰਦਰ ਕੌਰ ਅਜਿਹੀ ਰੁੱਝੀ, ਸੀਬੋ ਦੀ ਗੱਲ ਆਈ ਗਈ ਹੋ ਗਈ। ਵਿਆਹ ਦੀ ਭੀੜ 'ਚ ਸੀਬੋ ਨੇ ਇੱਕ ਵਾਰ ਬਸੰਤ ਨੂੰ ਫੇਰ ਦੇਖਿਆ। ਇਉਂ ਲੱਗਦਾ ਸੀ ਜਿਵੇਂ ਉਹ ਉਚੇਚ ਨਾਲ ਘਿਓ ਕਪੂਰੀ ਪੱਗ ਬੰਨ੍ਹ ਕੇ ਆਇਆ ਹੋਵੇ। ਜਦੋਂ ਦੀ ਮਾਮੀ ਨੇ ਕੱਲ੍ਹ ਛੱਤ ਉੱਤੇ ਸੀਬੋ ਨਾਲ ਗੱਲ ਕੀਤੀ ਸੀ, ਉਦੋਂ ਦੀ ਸੀਬੋ ਦੇ ਮਨ ਅੰਦਰ ਬਸੰਤ ਨਾਲ ਕਿਸੇ ਡੂੰਘੀ ਸਾਂਝ ਦੀ ਗੰਢ ਵੱਜ ਗਈ ਸੀ। ਆਪਣੇ ਵੱਲੋਂ ਬਸੰਤ ਨੂੰ ਆਪਣਾ ਸਭ ਕੁਝ ਕਲਪੀ ਬੈਠੀ ਸੀ। ਜਦੋਂ ਸੀਬੋ ਨੇ ਬਸੰਤ ਦੇਖਿਆ ਤਾਂ ਉਹਨੂੰ ਸ਼ਰਮ ਦੀ ਕੱਚੀ ਤਰੇਲੀ ਆ ਗਈ। ਬਸੰਤ ਵੀ ਜਿਵੇਂ ਸਾਰੀਆਂ ਮੇਲਣਾਂ 'ਚ ਉਸੇ ਨੂੰ ਦੇਖਣ ਆਇਆ ਹੋਵੇ। ਜਦੋਂ ਅੱਖਾਂ ਮਿਲਦੀਆਂ ਤਾਂ ਸੀਬੋ ਕਿਸੇ ਮੇਲਣ ਦੀ ਓਟ 'ਚ ਹੋ ਜਾਂਦੀ। ਉਂਝ ਉਹਦਾ ਜੀਅ ਕਰਦਾ ਉਸ ਵੱਲ ਵੇਂਦੀ ਹੀ ਰਵੇ। ਇਹ ਕਿਹੋ ਜਿਹੀ ਮਨ ਦੀ ਹਾਲਤ ਸੀ? ਸੀਬੋ ਹੈਰਾਨ ਹੋਈ ਪਈ ਸੀ। ਅੱਗੇ ਤਾਂ ਕਦੇ ਵੀ ਇਸ ਤਰ੍ਹਾਂ ਦੀ ਖੋਹ ਨਹੀਂ ਸੀ ਪੈਂਦੀ। ਸੀਬੋ ਦਾ ਜੀਅ ਕਰਦਾ ਉਹਨੂੰ ਬੁਲਾਵੇ, ਪਰ ਸੋਚ ਕੇ ਸ਼ਰਮ ਨਾਲ ਸੂਹੀ ਹੋ ਜਾਂਦੀ। ਕਈ ਵਾਰ ਉਹ ਇਉਂ ਬਸੰਤ ਵੱਲ ਝਾਕੀ ਜਿਵੇਂ ਅੱਖਾਂ ਕਹਿ ਰਹੀਆਂ ਹੋਣ, ਜੱਟਾ ਜੇਰਾ ਹੈ ਤਾਂ ਐਸੇ ਪਿੰਡ ਰੱਖ ਲੈ। ਦੋਹਾਂ ਦੀ ਕੱਚੀ ਸ਼ਰਮ ਨਿਗਾਹਾਂ ਦੇ ਬੋਲਾਂ ਤੋਂ ਆਰ ਪਾਰ ਨਹੀਂ ਲੰਘੀ। ਸੀਬੋ ਚਾਹੁੰਦੀ ਸੀ ਮਾਮੀ ਨੂੰ ਪੁੱਛ ਕੇ ਵੇਖਾਂ ਕੋਈ ਗੱਲ ਕੀਤੀ ਹੈ ਕਿ ਨਹੀਂ, ਪਰ ਕੁਆਰੀ ਸੰਗ ਉਸ ਮੂਹਰੇ ਕੰਧ ਬਣਦੀ ਰਹੀ। ਪ੍ਰੀਤੋ ਵੀ ਸ਼ਾਇਦ ਤੋਰ ਤਰਾਈ ਤੇ ਕੱਪੜੇ ਲੈਣ ਦੇਣ ਦੇ ਵਿਹਾਰ 'ਚ ਗੱਲ ਭੁੱਲ ਗਈ। ਉਹਨਾਂ ਨੇ ਦੂਰ ਵੀ ਬਹੁਤ ਜਾਣਾ ਸੀ ਤੇ ਸਾਰਿਆਂ ਨਾਲੋਂ ਪਹਿਲਾਂ ਤੁਰਨ ਵਾਲਿਆਂ 'ਚੋਂ ਪ੍ਰੀਤੋ ਤੇ ਉਹਦੀ ਸੱਸ ਹੀ ਸਨ। ਸੀਬੋ ਮਾਮੀ ਦੇ ਨੇੜੇ ਤੇੜੇ ਰਹੀ, ਪਰ ਸੀਬੋ ਨਾਲ ਘੁੱਟ ਕੇ ਮਿਲਣ ਤੇ ਪਿਆਰ ਦੇਣ ਤੋਂ ਸਿਵਾ ਉਸ ਪੱਲੇ ਕੁਝ ਵੀ ਨਾ ਪਿਆ। ਪ੍ਰੀਤੋ ਤੇ ਉਹਦੀ ਸੱਸ ਬਿਨਾਂ ਰੋਟੀ ਖਾਧਿਆਂ ਸਦਿਆਂ ਹੀ ਬੰਬੀਹਾ ਬੁਲਾਉਂਦੀਆਂ ਤੁਰ ਗਈਆਂ। ਰੋਟੀ ਖਾ ਕੇ ਮਹਾਂ ਕੌਰ ਵੀ ਆਪਣੀ ਤਿਆਰੀ ਕਰਨ ਲੱਗੀ। ਸੀਬੋ ਦੀ ਅਜੀਬ ਹਾਲਤ ਸੀ। ਵਿਆਹ ਦੀਆਂ ਰੌਣਕਾਂ ਵਿੱਚ ਵੀ ਓਪਰੀ ਜਿਹੀ ਉਦਾਸੀ ਤੇ ਅੱਜ ਵੀ ਉਸ ਅੰਦਰ ਘਰ ਕਰ ਗਈ। ਉਮਰ ਦੇ 21 ਵਰ੍ਹੇ ਉਹਨੇ ਕਦੇ ਅਜਿਹਾ ਮਹਿਸੂਸ ਨਹੀਂ ਸੀ ਕੀਤਾ। ਆਪਣੇ ਪਿੰਡ ਕਦੇ ਕਿਸੇ ਮੁੰਡੇ ਬਾਰੇ ਇਸ ਤਰ੍ਹਾਂ ਨਹੀਂ ਸੀ ਸੋਚਿਆ। ਆਪਣੀਆਂ ਰੀਝਾਂ ਉਹ ਦਰੀਆਂ ਚਾਦਰਾਂ ਬੁਣਨ ਤੇ ਨੱਚਣ ਟੱਪਣ 'ਚ ਪੂਰੀਆਂ ਕਰ ਲੈਂਦੀ ਹੁੰਦੀ ਸੀ। ਜੀ ਕੀਤਾ ਮਾਮੀ ਨੂੰ ਮੂੰਹ ਪਾੜ ਕੇ ਕਹਿ ਦਿਆਂ। ਬੇਬੇ ਨਾਲ ਵੀ ਉਹ ਅਜਿਹੀ ਗੱਲ ਨਹੀਂ ਸੀ ਕਰ ਸਕਦੀ। ਮਾਮੀ ਸੀ, ਉਹ ਚਲੀ ਗਈ। ਇੱਕ ਵਾਰ ਤੋਂ ਬਾਅਦ ਬਸੰਤ ਵੀ ਉਹਨੂੰ ਫੇਰ ਨਹੀਂ ਦਿਸਿਆ। ਉਹਨੇ ਹਰੀ ਚੁੰਨੀ ਅਜੇ ਤੱਕ ਨਹੀਂ ਸੀ ਬਦਲੀ। ਇੱਕ ਦੋ ਵਾਰ ਉਹਨੂੰ ਆਪਣੇ ਆਪ ਤੇ ਖਿਝ ਆਈ, ਪਰ ਦਿਲ ਅੰਦਰ ਅੱਲੋਕਾਰ ਜੀ ਖਿੱਚ ਕਾਰਨ ਭਰਿਆ ਵਿਹੜਾ ਸੁੰਨਾ ਲੱਗਣ ਲੱਗ ਪਿਆ। ਪਿੰਡ ਦੀ ਫਿਰਨੀ ਤੇ ਖੜੀ ਉਹ ਮੁੜ ਮੁੜ ਪਿਛਾਂਹ ਵੇਖਦੀ ਸੀ, ਜਿਵੇਂ ਆਪਣਾ ਕੁਝ ਗੁਆ ਚੱਲੀ ਹੋਵੇ।
ਉਮਰ ਦਾ ਇੱਕ ਹਿੱਸਾ ਟੁੱਟ ਕੇ ਜਿਵੇਂ ਮਾਸੀ ਦੇ ਪਿੰਡ ਰਹਿ ਗਿਆ ਹੋਵੇ। ਤਾਂਗੇ 'ਚ ਬੈਠਦਿਆਂ ਇਉਂ ਲੱਗਿਆ ਜਿਵੇਂ ਬੇਬੇ ਤੇ ਉਹ ਤੋਂ ਸਿਵਾ ਕੋਈ ਤੀਸਰਾ ਵੀ ਉਹਨਾਂ ਨਾਲ ਆ ਬੈਠਾ ਹੋਵੇ। ਬਸੰਤ ਦਾ ਖਿਆਲ ਚੁੱਪ ਕਰਕੇ ਜਿਵੇਂ ਸੀਬੋ ਦੀ ਵੱਖੀ ਨਾਲ ਆ ਲੱਗਾ। ਜਿਹੜੀ ਚੜ੍ਹਤ ਨਾਲੋਂ ਵਿਆਹ ਆਈ ਸੀ ਉਸ ਨਾਲੋਂ ਦੂਣੀ ਉਦਾਸ ਹੋ ਕੇ ਮੁੜ ਰਹੀ ਸੀ। ਕੀ ਗੱਲ ਹੈ ਨੀ, ਤਾਪ ਤੂੰ ਤਾਂ ਨਹੀਂ ਚੜ੍ਹਾ ਲਿਆ? ਮਹਾਂਕੌਰ ਨੇ ਉਹਨੂੰ ਚੁੱਪਚਾਪ ਤੇ ਉਦਾਸ ਬੈਠੀ ਵੇਖ ਕੇ ਪੁੱਛਿਆ। ਤਾਪ ਚੜ੍ਹਿਆ ਕਿਤੇ? ਸੀਬੋ ਨੇ ਉਲਟਾ ਹੈਰਾਨ ਹੋ ਕੇ ਸਵਾਲ ਕੀਤਾ। ਤੂੰ ਟਿਕੀ ਨਹੀਂ ਵੀ ਨਾ ਥਕੇਵਾਂ ਹੋ ਜਾਂਦਾ ਹੈ। ਉਰੀ ਵਾਂਗੂ ਤਾਂ ਘੁੱਕੀ ਫਿਰਦੀ ਸੀ। ਮਹਾਂਕੌਰ ਦੀ ਗੱਲ ਦਾ ਪ੍ਰਤੀਕਰਮ ਸੀਬੋ ਨੇ ਬੁੱਲ੍ਹਾਂ 'ਚ ਫਿੱਕਾ ਜਿਹਾ ਮੁਸਕਰਾ ਕੇ ਵਿਖਾਇਆ। ਪਰ ਉਹ ਸੋਚ ਰਹੀ ਸੀ ਐਤਕੀ ਦਾ ਤਾਪ ਤਾਂ ਇਹੋ ਜਿਹਾ ਚੜ੍ਹਿਆ ਲੱਗਦਾ ਹੈ ਸਾਰੀ ਉਮਰ ਨਹੀਂ ਉਤਰਨਾ। ਪਿੰਡ ਆ ਕੇ ਸੀਬੋ ਨੂੰ ਅਨੋਖੇ ਖਿਆਲ, ਸੋਚਾਂ ਤੇ ਸੁਪਨੇ ਆਉਣ ਲੱਗੇ। ਹੁਣ ਢਲਦੇ ਪਰਛਾਵੇਂ ਉਹਨੂੰ ਕਦੇ ਬਹੁਤੇ ਚੰਗੇ ਲੱਗਦੇ, ਕਦੇ ਆਪਣੇ ਵਾਂਗ ਉਦਰੇ ਲੱਗਦੇ। ਕਿੰਨਾ ਚਿਰ ਉਹ ਹੁਣ ਘਿਓ ਕਪੂਰੀ ਪੱਗਾਂ ਨੂੰ ਵਹਿੰਦੀ ਰਹਿੰਦੀ। ਤੀਆਂ ਤਾਂ ਹਰ ਸਾਲ ਆਉਂਦੀਆਂ ਸੀ। ਸੀਬੋ ਵੀ ਹਰ ਸਾਲ ਤੀਆਂ ਦੀ ਰੌਣਕ ਬਣਦੀ ਆਈ ਸੀ। ਪਰ ਇਸ ਵਾਰ ਦੀਆਂ ਤੀਆਂ 'ਚ ਉਹਦਾ ਜਲਾਉ ਪਹਿਲਾਂ ਵਾਲਾ ਨਹੀਂ ਸੀ। ਜਦੋਂ ਕੋਈ ਬੋਲੀ ਪਾਉਣ ਲੱਗਦੀ ਤਾਂ ਮਾਸੀ ਦੇ ਪਿੰਡ ਵਿਆਹ ਵੇਲੇ ਬਨੇਰੇ 'ਤੇ ਜੁੜੀ ਭੀੜ ਉਹਦੀ ਯਾਦ 'ਚ ਉੱਭਰ ਆਉਂਦੀ ਅਤੇ ਕਈ ਵਾਰ ਉਹ ਗੀਤਾਂ ਦੇ ਬੋਲ ਭੁੱਲ ਜਾਂਦੀ। ਕੁੜੀਆਂ ਹੈਰਾਨ ਰਹਿ ਜਾਂਦੀਆਂ। ਸੀਬੋ ਨੂੰ ਆਪ ਵੀ ਪਤਾ ਨਾ ਲੱਗਦਾ ਇਹ ਉਹਨੂੰ ਕੀ ਹੋ ਗਿਆ ਸੀ। ਅੰਗ 11ਵਾਂ। ਇਹਨਾਂ ਦਿਨਾਂ 'ਚ ਇੱਕ ਦਿਨ ਤੜਕੇ ਸਾਰੇ ਪਿੰਡ 'ਚ ਇੱਕ ਨਵੀਂ ਗੱਲ ਉੱਡ ਗਈ। ਸ਼ਾਮੂ ਤਾਂਗੇ ਵਾਲਾ ਮੁੱਲ ਦੀ ਤੀਵੀਂ ਲਿਆਇਆ। ਲੋਕਾਂ ਦੀ ਰਾਏ 'ਚ ਸ਼ਾਮੂ ਜਮਾਂਦਰੂ ਛੜਾ ਸੀ। ਕਈ ਤਾਂ ਉਹਨੂੰ ਇਹ ਵੀ ਆਖ ਕੇ ਛੇੜਦੇ ਇਹਦਾ ਤਾਂ ਪਿਓ ਵੀ ਛੜਾ ਹੀ ਸੀ। ਨਸ਼ੇ ਪਾਣੀ ਦਾ ਕੋਈ ਐਬ ਉਹਨੇ ਛੱਡਿਆ ਨਹੀਂ ਸੀ। ਘੋੜਾ ਭਾਵੇਂ ਭੁੱਖਾ ਰਹਿ ਜੇ ਪਰ ਉਹਨੂੰ ਆਥਣੇ ਪੀਣ ਲਈ ਜ਼ਰੂਰ ਚਾਹੀਦੀ ਸੀ। 2 ਸਾਲ ਪਹਿਲਾਂ ਜਿਹੜਾ ਘੋੜਾ ਰੇਤਾ ਵਾਲੇ ਰਾਹ 'ਚ ਪੂਰੀਆਂ ਸਵਾਰੀਆਂ ਲੈ ਕੇ ਪੱਬ ਨਹੀਂ ਸੀ ਲੱਗਣ ਦਿੰਦਾ, ਹੁਣ ਚੰਗੇ ਭਲੇ ਥਾਂ ਕਈ ਵਾਰ ਸ਼ਾਮੂ ਨੂੰ ਆਪ ਤਾਂਗੇ ਦਾ ਪਹੀਆ ਪੁੱਟਣਾ ਪੈਂਦਾ ਤਾਂ ਗੱਲ ਬਣਦੀ। ਫਿਰ ਵੀ ਉਹਦੇ ਸੁਭਾਅ 'ਤੇ ਹਸਮੁਖ ਵਤੀਰਾ ਹੋਣ ਕਰਕੇ ਸਵਾਰੀਆਂ ਤੇ ਭਾਰ ਵਾਹਵਾ ਮਿਲ ਜਾਂਦਾ, ਉਹਦਾ ਗੁਜ਼ਾਰਾ ਹੋਈ ਜਾਂਦਾ ਸੀ। ਉਹ ਆਪ ਹੀ ਹੱਥ ਸਾੜ ਕੇ ਵਿੰਗੀਆਂ ਟੇਢੀਆਂ ਰੋਟੀਆਂ ਸੇਕ ਲੈਂਦਾ ਹੁੰਦਾ ਸੀ। ਅੱਜ ਨਵੀਂ ਸੁਣੀ ਗੱਲ ਕਾਰਨ ਪਿੰਡ ਦੀਆਂ ਤੀਵੀਆਂ, ਬੁੜਿਆਂ ਤੇ ਨੌਜਵਾਨਾਂ ਦੇ ਭਾਅ ਦੀ ਕੋਈ ਜੱਗੋਂ 13ਵੀਂ ਗੱਲ ਹੋ ਗਈ ਸੀ। ਆਨੀ ਬਹਾਨੀ ਸ਼ਾਮੂ ਦੇ ਬਾਰ ਮੂਹਰੋਂ ਲੰਘਣ ਦੀ ਪਿੰਡ ਦੇ ਲੋਕਾਂ ਨੇ ਵਹੀਰ ਪਾ ਲਿੱਤੀ। ਛੋਟੀ ਕੰਧ ਉੱਪਰੋਂ ਦੀ ਨਵੀਂ ਬਹੂ ਕਦੇ ਅੰਦਰ ਬਾਹਰ ਆਉਂਦੀ ਜਾਂਦੀ ਦਿਸਦੀ। ਲੋਕੀ ਹੈਰਾਨ ਰਹਿ ਜਾਂਦੇ। ਕੋਈ ਦੂਰੋਂ ਹੀ ਫੁੱਲਾਂ ਵਾਲਾ ਸੂਟ ਦੇਖ ਕੇ ਆਖਦੇ, ਬਈ ਬਲਾਂ ਸੋਹਣੀ ਆ। ਇੱਕ ਦਿਨ ਤਾਂਗੇ 'ਚ ਬੈਠੀਆਂ ਸਵਾਰੀਆਂ 'ਚੋਂ ਇੱਕ ਨੇ ਸ਼ਾਮੂ ਨੂੰ ਛੇੜ ਲਿਆ। ਕਿੰਨੇ ਖਰਚ ਤੇ ਫਿਰ ਭਾਬੀ ਤੇ? ਹੁਣ ਤਾਂ ਕਬੀਲਦਾਰ ਬਣ ਗਿਆ। ਲੀੜੇ ਤਾਂ ਦੇਖ ਕਿਵੇਂ ਉਤਰੇ ਦੀ ਮੱਟੀ ਵਾਂਗੂ ਚਮਕਦੇ ਆ। ਪੂਰਾ 1000 ਰੁਪਈਆ ਤੇ 3 ਵੀਹਾਂ ਲੱਗਿਆ। ਐਵੇਂ ਤਾਂ ਨਹੀਂ ਕੱਪੜੇ ਚਿੱਟੇ ਹੋ ਗਏ। ਜੁੱਤੀ ਅੱਡ ਤੋੜੀ ਭੱਜ ਨੱਠ 'ਚ। ਅਫੀਮ ਦਾ ਨਸ਼ਾ ਜਦੋਂ ਉੱਤੋਂ ਦੀ ਪੈ ਜਾਂਦਾ ਤਾਂ ਗੁਣਗੁਣਾ ਜਿਹਾ ਬਣ ਜਾਂਦਾ। ਫਿਰ ਉਹਨੇ ਤਾਂਗੇ ਦੇ ਪਹੀਏ ਨਾਲ ਛਾਂਟੇ ਦੀ ਕਿੜਕਿੜ ਕਰਾਉਂਦਿਆਂ ਮਾਣ 'ਚ ਫੁੱਲ ਕੇ ਆਖਿਆ, ਤੀਵੀਂ ਤਾਂ ਛਾਂਟ ਕੇ ਲਿਆਂਦੀ ਆ। ਧੌਣ ਲੰਮੀ, ਰੰਗ ਚਿੱਟਾ, ਮਾਰ ਪੁੱਛੀ ਕੋਈ ਨਾ, ਜਿਵੇਂ ਕੋਈ ਮੱਝ ਖਰੀਦੀ ਦੀ ਸਿਫਤ ਕਰਦਾ। 5 ਕਲਿਆਣੀ, ਮੱਥਾ ਬੱਲਾ, ਅੱਖਾਂ ਬਿੱਲੀਆਂ, ਪੂਛ ਲੰਮੀ। ਤੁਰੇ ਜਾਂਦੇ ਘੋੜੇ ਨੇ ਫੁੜਕੜਾ ਜਿਹਾ ਮਾਰਿਆ ਤਾਂ ਸ਼ਾਮੂ ਬੋਲਿਆ, ਜੀ ਓਏ ਪੁੱਤਰਾ, ਜੀ ਓਏ, ਰੱਖਣ ਵਾਲੇ ਦੀ ਜੜ ਹਰੀ। ਇੱਕ ਦਿਨ ਜਾਗਰ ਦੀ ਰੋਟੀ ਲੈ ਕੇ ਮੁੜੀ ਆਉਂਦੀ ਸੀਬੋ ਨੂੰ ਸ਼ਾਮੂ ਦੀ ਤੀਵੀਂ ਸਾਹਮਣੇ ਆਉਂਦੀ ਮਿਲੀ। ਦੇਖਣ ਨੂੰ ਉਮਰ ਕੋਈ ਬਹੁਤੀ ਨਹੀਂ ਲੱਗਦੀ ਸੀ। ਉਹਦੇ ਹੱਥ 'ਚ ਰੰਬਾ ਤੇ ਪੱਲੀ ਸੀ। ਕਿੱਧਰ ਚੱਲੀਆਂ ਭਾਬੀ? ਸੀਬੋ ਨੇ ਅੱਜ ਉਹਨੂੰ ਪਹਿਲੀ ਵਾਰ ਬੁਲਾਇਆ। ਘਰਾਂ 'ਚੋਂ ਸ਼ਾਮੂ ਉਹਦਾ ਭਰਾ ਲੱਗਦਾ ਸੀ। ਉਸੇ ਦਰਜੇ ਨਾਲ ਸੀਬੋ ਨੇ ਉਹਨੂੰ ਭਾਬੀ ਆਖ ਦਿੱਤਾ। ਅਜੇ ਤੱਕ ਕਿਸੇ ਨੇ ਉਹਨੂੰ ਇਉਂ ਰਿਸ਼ਤਾ ਕੱਢ ਕੇ ਨਹੀਂ ਸੀ ਬੁਲਾਇਆ। ਉਹਨੂੰ ਜਿਵੇਂ ਇਸ ਪਿੰਡ ਦੀ ਨੂੰਹ ਹੋਣ ਦਾ ਪ੍ਰਮਾਣ ਮਿਲ ਗਿਆ ਹੋਵੇ। ਉਹ ਅੰਦਰੋਂ ਕੁਝ ਟਹਿਕ ਪਈ ਤੇ ਖੜੋ ਕੇ ਬੋਲੀ, ਘਾਹ ਲੈਣ ਚੱਲੀਆਂ ਬੀਬੀ। ਕਿਉਂ ਬਾਈ ਨਹੀਂ ਲਿਆਉਂਦਾ? ਸੀਬੋ ਨੂੰ ਹੈਰਾਨੀ ਹੋਈ। ਉਹ ਸੁੱਤੇ ਹੋਏ ਆਉਂਦੇ ਆ ਨਾ, ਫਿਰ ਗੁੱਸੇ ਹੁੰਦਾ। ਉਹ ਗੱਲ ਨੂੰ ਗੋਲ ਕਰ ਗਈ। ਸੀਬੋ ਨੂੰ ਉਸ ਨਾਲ ਹਮਦਰਦੀ ਜੀ ਹੋ ਗਈ। ਫਿਰ ਕਦੇ ਰਾਹ ਖਹਿੜੇ ਕਈ ਵਾਰ ਉਹ ਮਿਲ ਪੈਂਦੀਆਂ। ਇੱਕ ਵਾਰ ਛੱਪੜ 'ਤੇ ਕੱਪੜੇ ਧੋਣ ਗਈ ਸੀਬੋ ਕੋਲੋਂ ਉਂਝੀ ਆ ਬੈਠੀ। ਸੀਬੋ ਨੇ ਹੁਣ ਉਹਦਾ ਨਾਂ ਵੀ ਪੁੱਛ ਲਿਆ ਸੀ। ਨਾਂ ਤਾਂ ਬੀਬੀ ਮਾਂ ਬੜੇ ਚਾਅ ਨਾਲ ਦਿਆਲੀ ਕਹਿੰਦੀ ਹੁੰਦੀ ਤੀ, ਪਰ ਥਾਂ ਧੱਕੇ ਹੀ ਖਾਧੇ। ਉਹਨੇ ਹੌਕਾ ਲੈ ਕੇ ਦੱਸਿਆ ਸੀ। ਹੁਣ ਉਹ ਆਪਣਾ ਦੁੱਖ ਸੁੱਖ ਸੀਬੋ ਕੋਲ ਕਰ ਲੈਂਦੀ। ਸ਼ਾਮੂ ਤਾਂਗਾ ਲੈ ਜਾਂਦਾ, ਮਗਰੋਂ ਰੋਕ ਟੋਕ ਕਰਨ ਵਾਲਾ ਕੋਈ ਨਾ ਰਹਿੰਦਾ। ਪਿੰਡ ਦੀ ਹਰ ਕਿਸੇ ਕੁੜੀ ਜਾਂ ਤੀਵੀਂ ਨਾਲ ਅਜੇ ਤੱਕ ਉਹ ਚੰਗੀ ਤਰ੍ਹਾਂ ਨਹੀਂ ਸੀ ਖੁੱਲ੍ਹੀ, ਪਰ ਸੀਬੋ ਕੋਲੋਂ ਪੁਰਾਣੀ ਲੀਰਾਂ ਦੀ ਖਿੱਦੋ ਵਾਂਗੂ ਉੱਧੜ ਗਈ। ਸੀਬੋ ਨੂੰ ਇਹ ਵੀ ਪਤਾ ਲੱਗਿਆ
ਉਹ ਪੁਆਧ ਦੇ ਇਲਾਕੇ ਦੀ ਹੈ। ਇੱਕ ਦਿਨ ਦਿਆਲੋ ਲੰਮੀ ਵਿਥਿਆ ਸੁਣਾ ਗਈ। ਵਿਆਹ ਤਾਂ ਬੀਬੀ ਮਾਪਿਆਂ ਨੇ ਹੋਰ ਥਾਂ ਕੀਤਾ ਤੀ, ਬਲਾਂ ਚੰਗਾ ਘਰ ਤੀ। ਚੰਗਾ ਕੀ ਸੁਆਹ ਤੀ, ਚੰਗਾ ਹੁੰਦਾ ਆਹ ਦਿਨ ਕਾਹਨੂੰ ਆਉਂਦੇ। ਉਹ ਕਿਸੇ ਵੱਡੇ ਸਕੂਲ ਪੜ੍ਹਦਾ ਤੀ। ਪਹਿਲਾਂ ਤਾਂ ਉਹਨੇ ਬੜਾ ਮੋਹ ਕੀਤਾ, ਫਿਰ ਪਤਾ ਨਹੀਂ ਉਹਨੂੰ ਕੀ ਮੇਰੇ ਤੋਂ ਮੁਚਕ ਆਉਣ ਲੱਗ ਪਈ। ਮੈਨੂੰ ਪੇਕੀ ਭੇਜਤਾ। 2-3 ਮਹੀਨੇ ਲੈਣ ਹੀ ਨਾ ਆਇਆ। ਬਾਪੂ ਛੱਡ ਆਇਆ। ਮੈਨੂੰ ਜਾਏ ਖਾਣਾ ਕੋਈ ਨਾ ਬੁਲਾਉਂਦਾ ਬੀਬੀ, ਉਹ ਵੀ ਨਾ ਗੱਲ ਕਰਦਾ। ਇੱਕ ਦਿਨ ਮੈਂ ਉਹਦੇ ਨਾਲ ਲੜ ਪਈ। ਮੈਂ ਕਿਤੋਂ ਕੱਢ ਕੇ ਲਿਆਂਦੀ ਐ, ਮੇਰੇ ਗੈਲ ਹੀ ਨਹੀਂ ਲੱਗਦਾ। ਇਹਨੂੰ ਬੀਬੀ ਚੁੱਕਤੀ ਘਰ ਵਾਲਿਆਂ ਦੀ। ਫਿਰ ਇੱਕ ਵਾਰੀ ਪੇਕੀ ਆਈ, ਸਾਲ ਭਰ ਕੋਈ ਨਾ ਆਇਆ। ਕਦੇ ਆਖਦੇ ਤੇ ਅਨਪੜ੍ਹ ਹੈ, ਕਦੇ ਆਖਦੇ ਤੇ ਕੁਛ ਦਿੱਤਾ ਲਿਆ ਨਹੀਂ। ਬਾਪੂ ਕਿੱਥੋਂ ਉਹਨਾਂ ਦਾ ਮੂੰਹ ਭਰਦਾ। ਜੇ ਮਗਰੋਂ ਆਹ ਕੁਛ ਕਰਨਾ ਤੀ ਤਾਂ ਪਹਿਲਾਂ ਹੀ ਸੋਚ ਲੈਂਦੇ। ਬਾਪੂ ਕਈ ਵਾਰ ਪੰਚਾਇਤਾਂ ਲੈ ਕੇ ਗਿਆ, ਉਹਨਾਂ ਦੇ ਪੈਰਾਂ 'ਚ ਪੱਗ ਰੱਖੀ। ਬੀਬੀ ਉਹਨਾਂ ਨੇ ਤਾਂ ਉਹਨੂੰ ਇੰਗਲੈਂਡ ਭੇਜਤਾ। ਹੁਣ ਆਂਦੇ ਐ ਉਹ ਮੇਮ ਲਿਆਊ। ਦਿਆਲੂ ਹੌਕਾ ਲੈ ਕੇ ਫੇਰ ਬੋਲੀ। 4-5 ਸਾਲ ਬਾਪੂ ਦੇ ਗਲ 'ਚ ਕਰਿੰਡਲ ਬਣੀ ਰਹੀ। ਜੀ ਕਰਦਾ ਤੀ ਕਿਸੇ ਖੂਹ ਟੋਬੇ 'ਚ ਡੁੱਬ ਮਰਾਂ। ਮਾਂ ਅੱਡ ਮੇਰੇ ਵੱਲ ਵੇਖ ਰੋਂਦੀ ਰਹਿੰਦੀ ਤੀ। ਦਿਆਲੋ ਅੱਖਾਂ ਭਰ ਆਈ। ਸੀਬੋ ਵੀ ਉਹਦੀ ਹੱਡ ਬੀਤੀ ਸੁਣ ਕੇ ਪਸੀਜ ਗਈ। ਦਿਆਲੋ ਜਦੋਂ ਹੁਣ ਦੁੱਖਾਂ ਭਰੇ ਲੰਮੇ ਕਿੱਸੇ ਛੇੜ ਬਹਿੰਦੀ ਤਾਂ ਚੁੱਪ ਹੋਣ 'ਚ ਨਹੀਂ ਸੀ ਆਉਂਦੀ। ਬੀਬੀ ਫੇਰ ਸੁਣਿਆ ਕਿਤੇ ਗੰਢ ਧੁੱਪ ਕਰਦੇ ਨੇ। ਬੇਬੇ ਨੂੰ ਆਖਿਆ ਜਿਹਦੀ ਬਣੀ ਤੀ ਉਸੇ ਦੀ ਰਹਿ ਕੇ ਮਰੂੰਗੀ। ਫਿਰ ਦਿਲ 'ਚ ਆਇਆ ਜੇ ਅਗਲਿਆਂ ਨੂੰ ਸ਼ਰਮ ਹੈ ਨਹੀਂ ਤੀ, ਮੈਂ ਕਾਹਨੂੰ ਅੱਡੀਆਂ ਰਗੜਾਂ। ਕੀ ਪਤਾ ਇਹਨਾਂ ਨਾਲੋਂ ਕੋਈ ਚੰਗਾ ਹੀ ਹੋਵੇ। ਨਾ ਚੰਗਾ ਘਰ ਹੋਊ, ਮੋਹ ਪਿਆਰ ਤਾਂ ਹੋਊ। ਪਰ ਬੀਬੀ ਦਿਆਲੋ ਸਾਹ ਲੈ ਕੇ ਬੋਲੀ। ਆਖਦੇ ਆ ਲੇਖ ਨਾਲ ਹੀ ਜਾਂਦੇ ਨੇ। ਆਹ ਦੁਆਨੀ ਦਾ ਜੱਟ ਹੁਣ ਖਰੀਦੀ ਵੀ ਆਖ ਕੇ ਆਪਦੇ ਮਨ ਦੀਆਂ ਕਰਦਾ। ਘਰੇ ਭੰਗ ਭੁੱਜਦੀ ਐ, ਆਖੂ ਤੇਰੇ ਤੇ ਸਾਰਾ ਘਰ ਲੁਟਾਤਾ। ਬਾਪੂ ਨੇ ਤਾਂ ਬੀਬੀ ਮਸੂਰੀ ਪੈਸਾ ਨਹੀਂ ਲਿਆ। ਹੁਣ ਦਿਨ ਹੋਵੇ ਰਾਤ ਹੋਵੇ, ਛਾਂ ਹੋਵੇ ਧੁੱਪ ਹੋਵੇ, ਇਹਦਾ ਹੁਕਮ ਬਜਾਈਦਾ। ਨੌਕਰਾਣੀਆਂ ਵਾਂਗੂ ਕੰਮ ਲੈਂਦਾ। ਪਹਿਲਾਂ ਉਹਨਾਂ ਜਾਏ ਵੱਡਿਆਂ ਦੀ ਹਮਕਾ ਧੁਮਕਾ ਨੇ ਨੱਕ ਥੱਲੇ ਨਹੀਂ ਲਿਆਂਦਾ ਤੀ। ਹੁਣ ਆ ਕੁੱਡਣ ਜਿਹਾ ਕਸਾਈਆਂ ਵਾਂਗੂ ਤੰਗ ਕਰਦਾ। ਬੀਬੀ ਤੀਵੀਆਂ ਦੀ ਤਾਂ ਜੂਨ ਹੀ ਨਰਕ ਹੈ। ਜਿਉਣੀ ਹੈ ਤਾਂ ਕੰਮ ਇਹਦਾ, ਮਰ ਗਈ ਤਾਂ ਚੰਮ ਇਹਦਾ। ਰੋਟੀਆਂ ਤਾਂ ਖਾਣੀਆਂ ਹੀ ਹਨ। ਮਾਪਿਆਂ ਦੇ ਸਿਰੋਂ ਬਲਾ ਟਲੀ। ਦਿਆਲੋ ਹੌਕਾ ਲੈ ਕੇ ਚੁੱਪ ਕਰ ਗਈ। ਫਿਰ ਝੱਟ ਪਿੱਛੋਂ ਦੀ ਹਰਕ ਕੇ ਬੋਲੀ। ਹੁਣ ਤਾਂ ਬੀਬੀ ਐਂ ਜੀ ਕਰੂ ਬਈ ਗਿਣ ਬਦਲੇ ਲਵਾਂ। ਮੇਰੇ ਪਿਓ ਦਿਆਂ ਸਾਲਿਆਂ ਤੋਂ ਗੁੱਸੇ 'ਚ ਆਈ ਉਹ ਸਾਰੇ ਮਰਦਾਂ ਨੂੰ ਗਾਲ ਕੱਢ ਗਈ। ਇਹ ਆਪਦੇ ਨਕੌੜ ਨੂੰ ਮਰਦੇ ਐ। ਮੇਰੇ ਜੀ ਐ ਸੋਚੂ ਬੀਬੀ ਘਰੋੜ ਕੇ ਨੱਕ ਵੱਢਾਂ ਇਹਦਾ, ਜਿਵੇਂ ਇਹਨੇ ਕੀਤੀ ਐ, ਜਿਵੇਂ ਉਹਨਾਂ ਨੇ ਕੀਤੀ ਤੀ। ਤੈਨੂੰ ਕੀ ਦੱਸਾਂ ਬੀਬੀ, ਕਈ ਸਿਆਣੇ ਬਿਆਣੇ ਗੇੜੇ ਤੇ ਗੇੜਾ ਮਾਰਦੇ ਆ। ਬਸ ਮੇਰਾ ਭੋਰਾ ਹੱਸ ਕੇ ਬੋਲਣ ਦੀ ਹੋਈ ਦੇਰ ਹੈ। ਫਿਰ ਦੇਖ ਕਿਵੇਂ ਪੈਰੀਂ ਡਿੱਗਦੇ ਐ। ਸੱਚੀ ਜਾਣੀ ਆਤਮਾ ਠਰ ਜੇ। ਕਿਤੇ ਤਾੜਿਆ ਤਾਂ ਇੱਥੋਂ ਡਰ ਲੱਗਦਾ। ਸੀਬੋ ਅੰਦਰੋਂ ਡਰ ਕੇ ਪਰ ਉੱਪਰੋਂ ਹੱਸ ਕੇ ਬੋਲੀ। ਹੁਣ ਸੀਬੋ ਦਾ ਕਿਸੇ ਹਾਣ ਦੀ ਸਹੇਲੀ ਨਾਲੋਂ ਸਾਥ ਟੁੱਟਦਾ ਤਾਂ ਦਿਆਲੋ ਨਾਲ ਸਹੇਲਪੁਣਾ ਹੋਰ ਪੱਕਾ ਹੋ ਜਾਂਦਾ। ਸੀਬੋ ਭਾਵੇਂ ਆਪਣੇ ਬਾਰੇ ਕੋਈ ਵੀ ਗੱਲ ਨਹੀਂ ਸੀ ਕਰਦੀ, ਪਰ ਦਿਆਲੋ ਦਾ ਦੁੱਖ ਦਰਦ ਸੁਣ ਕੇ ਉਹਦੇ ਚਿੱਤ ਨੂੰ ਟਿਕਾ ਜਿਹਾ ਆ ਜਾਂਦਾ। ਧੰਨਵਾਦ। ਚੱਲਦਾ।